Hello everyone, welcome to Victor's Knowledge. This is Chinu Sharma. So today we are going to take up lecture number 6 from our important subject of polity. ਤੇ ਅੱਜ ਦੇ ਇਸ ਲੈਕਚਰ ਦੇ ਅੰਦਰ ਮੈਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਕਵਰ ਕਰਨ ਜਾ ਰਹੀ ਹਾਂ। ਸੋ ਇਹਦੇ ਅੰਦਰ ਫੰਡਾਮੈਂਟਲ ਡਿਊਟੀਜ਼ ਤੇ ਨਾਲ ਹੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਇਹ ਦੋ ਇੰਪੋਰਟੈਂਟ ਟੌਪਿਕਸ ਆਪਾਂ ਕਵਰ ਕਰਾਂਗੇ ਜੋ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਨੇ। ਬਾਰ-ਬਾਰ ਇਹਨਾਂ ਦੇ ਵਿੱਚ ਆਪਾਂ ਕੁਐਸਚਨ ਪੇਪਰ ਦੇ ਅੰਦਰ ਡਾਇਰੈਕਟਲੀ ਕੁਐਸਚਨ ਦੇਖਦੇ ਹਾਂ। ਸੋ ਫੰਡਾਮੈਂਟਲ ਡਿਊਟੀਜ਼ ਜਿਹੜੇ ਆਪਣੇ ਬੁਨਿਆਦੀ ਕਰਤੱਵ ਬਣਦੇ ਨੇ, ਨਾਲ ਹੀ ਰਾਜਨੀਤੀ ਦੇ ਕੁਝ ਨਿਰਦੇਸ਼ਕ ਸਿਧਾਂਤ ਨੇ ਜਿਨ੍ਹਾਂ ਨੂੰ ਡੀਪੀਐਸਪੀ ਕਹਿੰਦੇ ਆ। ਸੋ ਇਹ ਦੋ ਚੀਜ਼ਾਂ ਅੱਜ ਆਪਾਂ ਇੰਪੋਰਟੈਂਟ ਇਸ ਲੈਕਚਰ ਦੇ ਅੰਦਰ ਕਵਰ ਕਰਨ ਜਾ ਰਹੇ ਹਾਂ। ਸੋ ਸਟਾਰਟਿੰਗ ਵਿਦ ਫੰਡਾਮੈਂਟਲ ਡਿਊਟੀਜ਼, ਇਹਦੀ ਆਪਾਂ ਨੇ ਥੋੜੀ ਜਿਹੀ ਝਲਕ ਸੇਲੀਐਂਟ ਫੀਚਰ ਦੇ ਅੰਦਰ ਦੇਖ ਲਈ ਸੀ। ਹੁਣ ਅੱਜ ਆਪਾਂ ਇਸ ਲੈਕਚਰ ਦੇ ਅੰਦਰ ਡੀਟੇਲ ਦੇਖਾਂਗੇ। ਫੰਡਾਮੈਂਟਲ ਡਿਊਟੀਜ਼ ਦੀ ਗੱਲ ਹੁੰਦੀ ਹੈ ਸੰਵਿਧਾਨ ਦੇ ਆਰਟੀਕਲ 51A ਦੇ ਅੰਦਰ। ਜਦੋਂ ਸੰਵਿਧਾਨ ਤਿਆਰ ਕੀਤਾ ਉਦੋਂ ਫੰਡਾਮੈਂਟਲ ਡਿਊਟੀਜ਼ ਇਹਦੇ ਵਿੱਚ ਨਹੀਂ ਸੀ, ਬਾਅਦ ਵਿੱਚੋਂ 42ਵੀਂ ਅਮੈਂਡਮੈਂਟ ਕਰਕੇ ਇਹਨਾਂ ਨੂੰ ਐਡ ਕੀਤਾ ਗਿਆ ਅੰਡਰ ਆਰਟੀਕਲ 51A। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਨੋਟ ਡਾਊਨ। ਆਪਾਂ ਨੂੰ ਪਤਾ ਹੈ ਸੰਵਿਧਾਨ ਨੇ, ਇਸ ਦੇਸ਼ ਨੇ ਆਪਾਂ ਨੂੰ ਕੁਝ ਰਾਈਟਸ ਦਿੱਤੇ ਨੇ ਜਿਹੜੇ ਆਪਾਂ ਫ੍ਰੀਲੀ ਇੰਜੋਏ ਕਰਦੇ ਹਾਂ, ਕੁਝ ਮੌਲਿਕ ਅਧਿਕਾਰ ਜਿਹੜੇ ਆਪਣੇ ਤੋਂ ਕੋਈ ਖੋ ਨਹੀਂ ਸਕਦਾ, ਜਿਨ੍ਹਾਂ ਦਾ ਨਾਮ ਹੈ ਫੰਡਾਮੈਂਟਲ ਰਾਈਟਸ। ਸੋ ਫੰਡਾਮੈਂਟਲ ਰਾਈਟਸ ਆਪਾਂ ਨੂੰ ਦਿੱਤੇ, ਹੁਣ ਆਪਣਾ ਵੀ ਕੁਝ ਫਰਜ਼ ਬਣਦਾ ਹੈ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ, ਜੋ ਆਪਾਂ ਨੇ ਸੰਵਿਧਾਨ ਨੂੰ, ਇਸ ਦੇਸ਼ ਨੂੰ ਵਾਪਿਸ ਦੇਣਾ ਹੈ। ਆਪਣੀ ਜ਼ਿੰਮੇਵਾਰੀ ਬਣਦੀ ਹੈ, ਰਿਸਪੌਂਸਿਬਿਲਿਟੀ ਬਣਦੀ ਹੈ। ਇਸੇ ਰਿਸਪੌਂਸਿਬਿਲਿਟੀ ਦਾ ਨਾਮ ਹੈ ਜਿਹੜੀ ਆਪਾਂ ਐਜ਼ ਐਨ ਇੰਡੀਅਨ ਸਿਟੀਜ਼ਨ ਨਿਭਾਉਂਦੇ ਆ, ਫੰਡਾਮੈਂਟਲ ਡਿਊਟੀ। ਅ ਪਰਸਨ ਸ਼ੁੱਡ ਆਲਵੇਜ਼ ਬੀ ਅਵੇਅਰ ਆਫ ਹਿਸ ਔਰ ਹਰ ਫੰਡਾਮੈਂਟਲ ਡਿਊਟੀ। ਟੋਟਲ ਸੰਵਿਧਾਨ ਦੇ ਅੰਦਰ ਇਸ ਟਾਈਮ 11 ਫੰਡਾਮੈਂਟਲ ਡਿਊਟੀਜ਼ ਨੇ। 10 ਸੀ ਜਦੋਂ ਐਡ ਕੀਤਾ 51 1976, ਇੱਕ ਹੋਰ ਐਡ ਕੀਤੀ 2002 ਵਿੱਚ 86th ਅਮੈਂਡਮੈਂਟ ਕਰਕੇ। ਆਈਡੀਆ ਕਿੱਥੋਂ ਆਇਆ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰਨ ਦਾ? ਜਿਹੜਾ ਫੰਡਾਮੈਂਟਲ ਡਿਊਟੀਜ਼ ਦਾ ਆਈਡੀਆ ਹੈ ਇਹ ਇਨਸਪਾਇਰਡ ਹੈ ਰਸ਼ੀਆ ਦੇ ਸੰਵਿਧਾਨ ਤੋਂ। ਸੋ ਸੋਰਸ ਹੈ ਇਹਦਾ ਰਸ਼ੀਅਨ ਕਨਸਟੀਟਿਊਸ਼ਨ। ਬਾਕੀ ਹੋਰ ਬਹੁਤ ਦੇਸ਼ਾਂ ਦੇ ਮਾਡਰਨ ਸੰਵਿਧਾਨ ਨੇ, ਜਾਂ ਫਿਰ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਆਰਟੀਕਲ 29(1), ਜਿਹਦੇ ਤੋਂ ਵੀ ਫੰਡਾਮੈਂਟਲ ਡਿਊਟੀਜ਼ ਦਾ ਆਈਡੀਆ ਇਨਸਪਾਇਰ ਹੋ ਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਆਂਦਾ ਗਿਆ। The addition of fundamental duties in our constitution have brought our constitution aligned with। ਸੋ ਜਿਹੜਾ ਇੱਕ ਯੂਨੀਵਰਸਲ ਡੈਕਲੇਰੇਸ਼ਨ ਦੇ ਨਾਲ ਕੋਆਪਰੇਸ਼ਨ ਚਾਹੀਦੀ ਹੁੰਦੀ ਆ, ਅਲਾਈਨਮੈਂਟ, ਉਹਦੇ ਨਾਲ ਮਿਲ ਕੇ ਆਪਾਂ ਚੱਲਣਾ ਹੁੰਦਾ। ਸੋ ਹੁਣ ਫੰਡਾਮੈਂਟਲ ਡਿਊਟੀ ਐਡ ਕਰਨ ਤੋਂ ਬਾਅਦ ਉਸ ਡੈਕਲੇਰੇਸ਼ਨ ਦੇ ਆਰਟੀਕਲ 29 ਦੇ ਨਾਲ ਆਪਣਾ ਸੰਵਿਧਾਨ ਮਿਲ ਕੇ ਚੱਲ ਰਿਹਾ। ਸੋ ਮੈਂ ਤੁਹਾਨੂੰ ਦੱਸਿਆ ਕਿ 42ਵੀਂ ਅਮੈਂਡਮੈਂਟ ਹੋਈ ਸੀ 1976 ਦੀ, ਤੇ ਇਸ ਅਮੈਂਡਮੈਂਟ ਲਈ ਸੰਵਿਧਾਨ ਦੇ ਅੰਦਰ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰਨ ਦੇ ਲਈ ਇੱਕ ਕਮੇਟੀ ਤਿਆਰ ਕੀਤੀ ਸੀ, ਜਿਹਨੇ ਰეკਮੈਂਡ ਕੀਤਾ ਕਿ ਯੈਸ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰਨਾ ਜ਼ਰੂਰੀ ਹੈ। ਸੋ ਉਸ ਕਮੇਟੀ ਦਾ ਨਾਮ ਹੈ ਸਵਰਨ ਸਿੰਘ ਕਮੇਟੀ, ਤੇ ਇਹਦੇ ਨਾਲ ਸੰਵਿਧਾਨ ਦੇ ਵਿੱਚ ਇੱਕ ਅਲੱਗ ਤੋਂ ਨਵਾਂ ਪਾਰਟ ਪੂਰਾ ਦਾ ਪੂਰਾ ਐਡ ਕੀਤਾ, ਪਾਰਟ 4A ਆਰਟੀਕਲ 51A। ਟੋਟਲ ਕਿੰਨੇ ਫੰਡਾਮੈਂਟਲ ਡਿਊਟੀਜ਼ ਨੇ? 11। ਸੋ ਇਹ 3-4 ਇੰਪੋਰਟੈਂਟ ਨੰਬਰ ਫੈਕਟਸ ਤੁਸੀਂ ਯਾਦ ਰੱਖਣੇ ਆ। ਓਰੀਜਨਲੀ ਜੋ ਮੈਂ ਤੁਹਾਨੂੰ ਦੱਸਿਆ, ਜਦੋਂ ਸੰਵਿਧਾਨ ਦੇ ਅੰਦਰ ਫੰਡਾਮੈਂਟਲ ਡਿਊਟੀਜ਼ ਨੂੰ 1976 ਦੇ ਵਿੱਚ ਐਡ ਕੀਤਾ, 10 ਸੀ ਟੋਟਲ ਫੰਡਾਮੈਂਟਲ ਡਿਊਟੀ, ਇੱਕ ਹੋਰ 86th ਅਮੈਂਡਮੈਂਟ ਦੇ ਨਾਲ ਐਡ ਕੀਤੀ। ਸੋ ਟੋਟਲ ਹੁਣ 11 ਡਿਊਟੀਜ਼ ਨੇ ਆਰਟੀਕਲ 51A ਦੇ ਅੰਦਰ, ਦਾ ਸੋਲ ਆਰਟੀਕਲ, ਤੇ ਇਹ ਇਕੱਲਾ ਹੀ ਆਰਟੀਕਲ ਹੈ ਪਾਰਟ 4A ਦਾ। ਫੰਡਾਮੈਂਟਲ ਡਿਊਟੀਜ਼ ਆਪਾਂ ਨੂੰ ਇੱਕ ਯਾਦ ਕਰਵਾਉਂਦੇ ਰਹਿੰਦੇ ਨੇ, ਇੱਕ ਰਿਮਾਈਂਡਰ ਦੇ ਤੌਰ ਤੇ ਕੰਮ ਕਰਦੇ ਰਹਿੰਦੇ ਨੇ ਕਿ ਜਦੋਂ ਤੁਸੀਂ ਆਪਣੇ ਰਾਈਟਸ ਇੰਜੋਏ ਕਰਦੇ ਨੇ ਤਾਂ ਤੁਸੀਂ ਇਸ ਦੇਸ਼ ਦੇ ਲਈ ਕੋਈ ਤੁਹਾਡੀ ਜਿਹੜੀ ਡਿਊਟੀ ਬਣਦੀ ਹੈ ਉਹਨੂੰ ਵੀ ਦਿਮਾਗ 'ਚ ਰੱਖੋ। ਸੋ ਜੋ ਚੀਜ਼ ਮੈਂ ਤੁਹਾਨੂੰ ਸਮਝਾਈ ਹੈ ਉਹੀ ਇਹਨਾਂ ਲਾਈਨਸ ਦੇ ਵਿੱਚ ਸਮ ਅਪ ਕੀਤਾ ਹੋਇਆ ਹੈ। ਦ ਫੰਡਾਮੈਂਟਲ ਡਿਊਟੀ ਸਰਵ ਐਜ਼ ਅ ਰਿਮਾਈਂਡਰ, ਯਾਦ ਕਰਵਾਇਆ ਜਾਂਦਾ ਬਾਰ-ਬਾਰ ਸਿਟੀਜ਼ਨ ਨੂੰ that while enjoying their rights they have also to be quite conscious of duties ਦਾ ਵੀ ਧਿਆਨ ਰੱਖਣਾ ਹੈ ਜਿਹੜੀ ਉਹਨਾਂ ਦੀ ਇਸ ਦੇਸ਼ ਦੇ ਪ੍ਰਤੀ ਬਣਦੀ ਹੈ, ਇਸ ਸੋਸਾਇਟੀ ਦੇ ਪ੍ਰਤੀ ਤੇ ਆਪਣੇ ਨਾਲ ਵਾਲੇ ਫੈਲੋ ਸਿਟੀਜ਼ਨਸ ਦੇ ਪ੍ਰਤੀ ਬਣਦੀ ਹੈ। ਡਾਇਰੈਕਟਿਵ ਪ੍ਰਿੰਸੀਪਲਸ ਦੀ ਤਰ੍ਹਾਂ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ, ਇਹ ਦੋਨੋਂ ਹੀ ਡਾਇਰੈਕਟਿਵ ਪ੍ਰਿੰਸੀਪਲ ਵੀ ਜੋ ਆਪਾਂ ਅੱਗੇ ਦੇਖਾਂਗੇ ਤੇ ਫੰਡਾਮੈਂਟਲ ਡਿਊਟੀ ਦੋਨੋਂ ਨਾਨ ਜਸਟਿਸੇਬਲ ਨੇ, ਇਹਨਾਂ ਨੂੰ ਆਪਾਂ ਇਨਫੋਰਸ ਨਹੀਂ ਕਰਵਾ ਸਕਦੇ। ਇਹ ਸੰਵਿਧਾਨ ਨੇ ਇੱਕ ਤਰੀਕੇ ਨਾਲ ਆਪਾਂ ਨੂੰ ਸੁਜੈਸਟ ਕੀਤਾ ਹੈ ਕਿ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਜੇ ਤੁਸੀਂ ਇਹ ਸਾਰੀਆਂ ਡਿਊਟੀਜ਼ ਨਿਭਾਓਗੇ ਤਾਂ ਤੁਹਾਡੀ ਵਧੀਆ ਗੱਲ ਹੈ, ਪਰ
जे कोई ये ड्यूटी नहीं निभाਉਂਦਾ या DPSP फॉलो नहीं करता ਤਾਂ ਇਹ ਨਹੀਂ ਹੈ ਕਿ ਉਹਦੇ ਲਈ ਆਪਾਂ ਕੋਰਟ ਵਿੱਚ ਕੇਸ ਕਰ ਸਕਦੇ ਹਾਂ। ਕੋਰਟ ਵਿੱਚ ਕੇਸ ਆਪਾਂ ਫੰਡਾਮੈਂਟਲ ਰਾਈਟ ਵਾਇਲੇਟ ਹੋਣ ਲਈ ਕਰ ਸਕਦੇ ਹਾਂ, ਫੰਡਾਮੈਂਟਲ ਡਿਊਟੀ ਜਾਂ ਫਿਰ DPSP ਵਾਇਲੇਟ ਹੋਣ ਲਈ नहीं कर सकते। ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣਾ। ਸੋ ਹੁਣ ਆਪਾਂ 1 ਬਾय 1 ਲਾਈਨ ਵਾਈਜ਼ ਦੇਖ ਲੈਂਦੇ ਹਾਂ ਕਿਹੜੇ 11 ਫੰਡਾਮੈਂਟਲ ਡਿਊਟੀਜ਼ ਨੇ। ਸੰਵਿਧਾਨ ਦੇ ਪ੍ਰਿੰਸੀਪਲਸ ਨੂੰ ਫੋਲੋ ਕਰੋ, ਦੇਸ਼ ਦੇ ਰਾਸ਼ਟਰੀ ਗਾਨ ਹੈ ਜਿਹੜਾ ਉਹਦੀ ਇੱਜ਼ਤ ਰੱਖੋ, ਰਾਸ਼ਟਰੀ ਝੰਡੇ ਦੀ ਰਿਸਪੈਕਟ ਕਰੋ, ਅਬਾਈਡ ਬਾय ਦ ਇੰਡੀਅਨ ਕਨਸਟੀਟਿਊਸ਼ਨ, ਰਿਸਪੈਕਟ ਕਰੋ ਉਹਦੇ ਆਈਡੀਅਲਸ ਨੂੰ, ਇੰਸਟੀਟਿਊਸ਼ਨਸ ਨੂੰ, ਨੈਸ਼ਨਲ ਫਲੈਗ, ਨੈਸ਼ਨਲ ਐਂਥਮ। ਜਿਹੜੇ ਪ੍ਰਿੰਸੀਪਲਸ ਤੋਂ ਪ੍ਰਭਾਵਿਤ ਹੋ ਕੇ, ਜਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਆਪਾਂ ਨੇ ਆਜ਼ਾਦੀ ਦੀ ਇੰਨੀ ਲੰਬੀ ਲੜਾਈ ਲੜੀ ਹੈ, ਉਹ ਆਈਡੀਆ ਨੂੰ ਚੈਰਿਸ਼ ਕਰੋ, ਫੋਲੋ ਕਰੋ। ਚੈਰਿਸ਼ ਐਂਡ ਫੋਲੋ ਦ ਨੋਬਲ ਆਈਡੀਆਜ਼ that inspired the national struggle for freedom। ਦੇਸ਼ ਦੀ ਅਣਖ ਨੂੰ ਬਚਾਉਣ ਦੇ ਲਈ, ਯੂਨਿਟੀ ਨੂੰ, ਸੋਵਰੈਨਿਟੀ ਨੂੰ ਬਚਾਉਣ ਦੇ ਲਈ ਹਰ ਲੋੜੀਂਦਾ ਕਦਮ ਚੱਕੋ। uphold and protect the sovereignty, unity and integrity of India। ਦੇਸ਼ ਨੂੰ ਬਚਾਓ, ਡਿਫੈਂਡ ਦ ਕੰਟਰੀ। ਜਦੋਂ ਵੀ ਜ਼ਰੂਰਤ ਪਵੇ, ਦੇਸ਼ ਤੇ ਕੋਈ ਮੁਸੀਬਤ ਆਵੇ, ਤੁਸੀਂ ਦੀਵਾਰ ਬਣ ਕੇ ਖੜੇ ਹੋ ਜਾਓ ਆਪਣੇ ਦੁਸ਼ਮਣ ਦੇ ਅੱਗੇ। ਡਿਫੈਂਡ ਦ ਕੰਟਰੀ, ਰੈਂਡਰ ਨੈਸ਼ਨਲ ਸਰਵਿਸ ਵੈਨ ਕਾਲਡ ਅਪਨ ਟੂ ਡੂ ਸੋ। ਆਪਸ ਚ ਪਿਆਰ ਨਾਲ ਰਹੋ, ਭਾਈਚਾਰੇ ਨਾਲ, ਚਾਹੇ ਤੁਹਾਡੀ ਲੈਂਗੁਏਜ ਅਲੱਗ ਹੈ, ਲਿੰਗੁਇਸਟਿਕ ਡਿਫਰੈਂਸ ਹੈ, ਵੱਖ-ਵੱਖ ਧਰਮਾਂ ਦੇ ਲੋਕ ਹੋ, ਵੱਖ-ਵੱਖ ਡਿਵੀਜ਼ਨ ਦੇ, ਸੈਕਸ਼ਨਸ ਦੇ, ਪਰ ਇੱਕ ਦੂਜੇ ਨਾਲ ਪਿਆਰ ਨਾਲ ਰਹੋ। ਕੋਈ ਵੀ ਇਹੋ ਜਿਹੀ ਤੁਸੀਂ ਪ੍ਰੈਕਟਿਸ ਨਹੀਂ ਕਰਨੀ ਜਿਵੇਂ ਪੁਰਾਣੇ ਜ਼ਮਾਨੇ 'ਚ ਸਤੀ ਪ੍ਰਥਾ ਸੀ, ਚਾਈਲਡ ਮੈਰਿਜ ਸੀ, ਇਸ ਤਰ੍ਹਾਂ ਦੀ ਕੋਈ ਡੈਰੋਗੇਟਰੀ ਪ੍ਰੈਕਟਿਸ ਨਾ ਅਪਣਾਓ ਜਿਹੜੀ ਵਿਮਨ ਦੀ ਡਿਗਨਿਟੀ ਦੇ, ਉਹਦੀ ਫਰੀडम, ਉਹਦੀ ਇੰਟੈਗ੍ਰਿਟੀ, ਉਹਦੀ ਜਿਹੜੀ ਇੱਜ਼ਤ ਹੈ ਉਹਦੇ ਖਿਲਾਫ ਹੋਵੇ। ਵਿਮਨ ਨੂੰ ਪ੍ਰੋਟੈਕਟ ਕਰਨਾ ਆਪਾਂ ਨੇ, ਵਿਮਨ ਦੀ ਡਿਗਨਿਟੀ ਨੂੰ ਬਚਾਉਣਾ ਹੈ। ਸ਼ੀ ਇਜ਼ ਇਕੁਅਲ ਇਨ ਐਵਰੀ ਆਸਪੈਕਟ। Promote harmony, spirit of common brotherhood amongst all the people of India, transcending religion, linguistic, regional, sectional diversity, to renounce practices derogatory to dignity of women। ਪੇਪਰ 'ਚ ਕਈ ਵਾਰੀ ਇਨਡਾਇਰੈਕਟਲੀ ਕੁਐਸਚਨ ਆ ਜਾਂਦਾ ਕਿ ਸਤੀ ਪ੍ਰਥਾ ਵਰਗੀਆਂ ਜਿਹੜੇ ਪ੍ਰੈਕਟਿਸਿਸ ਨੇ ਉਹਨਾਂ ਨੂੰ ਆਪਾਂ ਨੇ ਨਹੀਂ ਅਪਣਾਉਣਾ। ਇਸ ਚੀਜ਼ ਦੀ ਗੱਲ ਕਿਹੜੀ ਫੰਡਾਮੈਂਟਲ ਡਿਊਟੀ 'ਚ ਹੁੰਦੀ ਹੈ। ਸੋ ਡਾਇਰੈਕਟਲੀ ਨਹੀਂ ਹੋ ਰਹੀ ਪਰ ਇਨਡਾਇਰੈਕਟਲੀ ਉਰੇ ਹੋ ਰਹੀ ਹੈ। ਸੋ ਆਨਸਰ ਹੋਊਗਾ ਪੰਜਵਾਂ ਫੰਡਾਮੈਂਟਲ ਡਿਊਟੀ। Value and preserve the rich heritage culture of our country। Protect and improve natural environment, forest हो गए, lake, river, wildlife, living creature ਦੇ ਲਈ compassion ਰੱਖੋ, ਚਾਹੇ ਕੋਈ bird ਹੈ, animal ਹੈ, plants ਹੈ, ਹਰ ਕਿਸੇ ਦੀ protection ਕਰਨੀ ਆਪਣੀ ਜ਼ਿੰਮੇਵਾਰੀ ਹੈ। Develop scientific temper, humanism, spirit of inquiry and reform। Safeguard public property, abjure violence, violence ਤੋਂ ਦੂਰ ਰਹੋ, public property ਨੂੰ safeguard ਕਰਕੇ ਰੱਖੋ। Strive towards excellence in all spheres of individual collective activity so that nation constantly rises to higher levels of endeavor and achievement। ਆਪਣੇ ਦੇਸ਼ ਨੂੰ ਗਲੋਬਲ ਲੈਵਲ ਤੇ, ਵਰਲਡ ਲੈਵਲ ਤੇ ਉੱਪਰ ਲੈ ਕੇ ਜਾਣ ਦੇ ਲਈ ਹਰ ਕਦਮ ਚੱਕੋ, ਚਾਹੇ ਉਹਦੇ ਵਿੱਚ ਤੁਹਾਡੀ ਪੜ੍ਹਾਈ ਹੈ ਜਾਂ ਕੋਈ ਇੰਪਲੋਇਮੈਂਟ ਨਾਲ ਰਿਲੇਟਡ ਹੈ, ਤੁਹਾਡੀ ਕ੍ਰੀਏਟੀਵਿਟੀ ਦਿਖਾਉਣ ਦੀ ਗੱਲ ਹੋ ਰਹੀ ਹੈ, ਚਾਹੇ ਬਿਜ਼ਨਸ ਸੈਕਟਰ ਹੈ, ਹਰ ਤਰੀਕੇ ਨਾਲ ਇਕੱਠੇ ਹੋ ਕੇ ਦੇਸ਼ ਨੂੰ ਹਾਇਰ ਲੈਵਲਸ ਤੱਕ ਲੈ ਕੇ ਜਾਓ। Provide opportunity for education to his child or ward between the age of 6 and 14 year। ਇਹ ਫੰਡਾਮੈਂਟਲ ਡਿਊਟੀ ਲਗਾਈ ਹੈ ਗਾਰਜੀਅਨ ਤੇ ਪੇਰੈਂਟਸ ਉੱਤੇ ਕਿ ਪੇਰੈਂਟਸ ਤੇ ਗਾਰਜੀਅਨਸ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਬੱਚੇ ਜਾਂ ਵਾਰਡ ਨੂੰ ਜਿਹਦੀ ਉਮਰ 6 ਤੋਂ 14 ਸਾਲ ਦੀ ਹੈ ਉਹਨੂੰ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਓ। ਤੇ ਇਸ ਡਿਊਟੀ ਨੂੰ ਐਡ ਕੀਤਾ ਹੈ 86th ਕਨਸਟੀਟਿਊਸ਼ਨਲ ਅਮੈਂਡਮੈਂਟ 2002 ਨੇ। What are the directive principles of state policy? ਆਪਾਂ ਨੇ ਫੰਡਾਮੈਂਟਲ ਡਿਊਟੀਜ਼ ਦੇਖ ਲਈ। ਹੁਣ ਕੁਝ ਇਹੋ ਜਿਹੀਆਂ ਪਾਲਿਸੀਆਂ ਨੇ, ਇਹੋ ਜਿਹੀ ਡਿਊਟੀ ਲਗਾਈ ਹੋਈ ਹੈ ਸਰਕਾਰਾਂ ਦੇ ਲਈ। ਸੋ ਇਹ ਹੈ ਸਪਰੂ ਕਮੇਟੀ 1945 ਦੀ ਸੁਜੈਸ਼ਨ, ਜਿਹਨੇ ਕਿਹਾ ਸੀ ਕਿ ਦੋ ਕੈਟੇਗਰੀ ਦੇ ਇੰਡੀਵਿਜੂਅਲ ਰਾਈਟ ਹੁੰਦੇ ਨੇ, ਇੱਕ ਜਸਟਿਸੇਬਲ, ਦੂਜੇ ਨਾਨ ਜਸਟਿਸੇਬਲ। ਜਸਟਿਸੇਬਲ ਜਿਹੜੇ ਇਨਫੋਰਸੇਬਲ ਨੇ ਆਪਾਂ ਨੂੰ ਪਤਾ ਹੈ ਫੰਡਾਮੈਂਟਲ ਰਾਈਟਸ ਨੇ। ਨਾਨ ਜਸਟਿਸੇਬਲ ਰਾਈਟਸ ਨੇ ਜਿਹੜੇ ਵੈਸੇ ਆਪਣੇ ਰਾਈਟ ਬਣਦੇ ਨੇ, ਆਪਾਂ ਉਹ ਸਟੇਟ ਤੋਂ ਐਕਸਪੈਕਟ ਕਰਦੇ ਹਾਂ, ਪਰ ਜੇ ਉਹ ਸਟੇਟ ਨਹੀਂ ਪੂਰੇ ਕਰਦੀ ਤਾਂ ਆਪਾਂ ਉਹਦੇ ਲਈ ਕੋਰਟ ਵਿੱਚ ਜਾ ਕੇ ਕੇਸ ਨਹੀਂ ਫਾਈਲ ਕਰ ਸਕਦੇ। ਤੇ DPSP ਪ੍ਰਭਾਵਿਤ ਨੇ ਸਪਰੂ ਕਮੇਟੀ ਤੋਂ 1945। ਇਹ ਇੰਪੋਰਟੈਂਟ ਨੇਮ ਤੁਸੀਂ ਯਾਦ ਰੱਖਣਾ। DPSP ਉਹ ਆਈਡੀਆਜ਼ ਨੇ ਜਿਹੜੇ ਕੋਈ ਵੀ ਸਟੇਟ ਮਤਲਬ ਸਰਕਾਰ ਕੋਈ ਲਾਅ ਬਣਾਉਣ ਦੇ ਸਮੇਂ ਆਪਣੇ ਦਿਮਾਗ 'ਚ ਰੱਖੂਗੀ। DPSP are ideals which are meant to be kept in mind by the state ਜਦੋਂ ਵੀ ਉਹ ਕੋਈ ਪਾਲਿਸੀ ਬਣਾਉਂਦੀ ਹੈ, ਕੋਈ ਸਕੀਮ ਜਾਂ ਕੋਈ ਲਾਅ ਬਣਾਉਂਦੀ ਹੈ। ਸੋ ਸਰਕਾਰ ਨੇ ਆਪਣੇ ਦਿਮਾਗ 'ਚ ਇਹ DPSP ਨੂੰ ਰੱਖਣਾ ਜਦੋਂ ਵੀ ਕੋਈ ਸਕੀਮ ਬਣਾਉਣੀ ਹੈ, ਕੋਈ ਪ੍ਰੋਗਰਾਮ ਲਾਂਚ ਕਰਨਾ ਹੈ ਜਾਂ ਕੋਈ ਹੋਰ ਇਨੀਸ਼ੀਏਟਿਵ ਹੈ, ਕੋਈ ਲਾਅ ਹੈ।
There are various definitions. DPSPs ਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਇੰਸਟਰੂਮੈਂਟ ਆਫ ਇੰਸਟਰਕਸ਼ਨ ਦੇ ਨਾਲ ਜੋੜਿਆ ਜਾਂਦਾ ਕਿ ਜੋ ਇਸ ਐਕਟ ਦੇ ਅੰਦਰ, ਇਸ ਪੁਰਾਣੇ ਆਜ਼ਾਦੀ ਤੋਂ ਪਹਿਲਾਂ ਵਾਲੇ ਐਕਟ ਦੇ ਅੰਦਰ ਇੰਸਟਰਕਸ਼ਨ ਦੇ ਇੰਸਟਰੂਮੈਂਟ ਦੀ ਇੱਕ ਲਿਸਟ ਸੀ, ਉਹੀ ਚੀਜ਼ ਹੁਣ ਮਾਡਰਨ ਸੰਵਿਧਾਨ ਦੇ ਅੰਦਰ DPSP ਦੇ ਨਾਮ ਦੇ ਨਾਲ ਹੈ। DPSP ਦਾ ਮੇਨ ਮਕਸਦ ਹੈ ਇਕਨੋਮਿਕ ਤੇ ਸੋਸ਼ਲ ਡੈਮੋਕ੍ਰੇਸੀ ਸਟੇਟ ਦੇ ਅੰਦਰ, ਕੰਟਰੀ ਦੇ ਅੰਦਰ ਚਲਾਉਣੀ। DPSPs are ideals ਜਿਹੜੇ ਲੀਗਲੀ ਇਨਫੋਰਸੇਬਲ ਨਹੀਂ ਹੈ। ਜੇ ਕੋਈ ਵਾਇਲੇਟ ਕਰਦਾ, ਜੇ ਕੋਈ DPSPs ਦੇ ਨਾਲ ਮਿਲ ਕੇ ਨਹੀਂ ਵੀ ਲਾਅ ਪਾਲਿਸੀ ਬਣਾਉਂਦਾ, ਤਾਂ ਆਪਾਂ ਇਹ ਨਹੀਂ ਕਿ ਉਸ ਪਾਲਿਸੀ ਨੂੰ ਗਲਤ ਕਹਿ ਕੇ ਆਪਾਂ ਕੋਰਟ ਕੋਲ ਜਾ ਸਕਦੇ ਹਾਂ, ਕੋਈ ਕੇਸ ਫਾਈਲ ਕਰ ਸਕਦੇ ਹਾਂ। ਸੋ ਤੁਸੀਂ ਯਾਦ ਰੱਖਣਾ ਹੈ ਕਿ ਇਨਫੋਰਸੇਬਲ, ਜਸਟਿਸੇਬਲ ਸਿਰਫ ਔਰ ਸਿਰਫ ਫੰਡਾਮੈਂਟਲ ਰਾਈਟਸ ਨੇ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਇਹ ਆਪਾਂ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਦੇ ਲਈ, ਆਸਾਨੀ ਨਾਲ ਸਮਝਣ ਦੇ ਲਈ ਤਿੰਨ ਟਾਈਪਸ ਦੇ ਵਿੱਚ ਵੰਡਾਂਗੇ। ਇੰਡੀਅਨ ਕਨਸਟੀਟਿਊਸ਼ਨ ਹੈਜ਼ ਨਾਟ originally classified DPSP, ਆਪਾਂ ਨੂੰ ਇੱਕ ਇਕੱਠੀ ਲਿਸਟ ਦੇਤੀ ਆਰਟੀਕਲ 36 ਤੋਂ ਬਾਅਦ 51 ਤੱਕ ਇੱਕ ਇਕੱਠੀ ਲਿਸਟ ਦੇਤੀ ਕਿ ਇਹ ਨੇ ਸਾਰੇ ਡਾਇਰੈਕਟਿਵ ਪ੍ਰਿੰਸੀਪਲ। ਆਪਾਂ ਇਹਨਾਂ ਨੂੰ ਤਿੰਨ ਕੈਟੇਗਰੀਜ਼ ਚ ਵੰਡਾਂਗੇ ਸੋ ਦੈਟ ਪੇਪਰ ਲਈ ਆਪਣੇ ਦਿਮਾਗ ਵਿੱਚ ਰਹਿ ਸਕਣ। ਸੋ ਵੀ ਆਰ ਕਲਾਸੀਫਾਈਂਗ these into 3 types। ਇਹ ਸਾਰੇ DPSPs ਦੇ ਵਿੱਚੋਂ ਕੁਝ ਇਹੋ ਜਿਹੇ ਨੇ ਜਿਹੜੇ ਸਿਰਫ ਔਰ ਸਿਰਫ ਸੋਸ਼ਲਿਸਟਿਕ ਪ੍ਰਿੰਸੀਪਲ ਦੇ ਆਧਾਰ ਦੇ ਉੱਤੇ ਬਣਾਏ ਨੇ, ਜਿਹੜੇ ਸੋਸ਼ਲਿਸਟਿਕ ਪ੍ਰਿੰਸੀਪਲਸ ਦੀ ਗੱਲ ਕਰਦੇ ਨੇ। ਕੁਝ ਨੇ ਜਿਹੜੇ ਗਾਂਧੀਅਨ ਆਈਡੀਓਲੋਜੀ ਨੇ, ਗਾਂਧੀਅਨ ਪ੍ਰਿੰਸੀਪਲਸ ਦੇ ਆਧਾਰ ਦੇ ਉੱਤੇ ਨੇ, ਜਿਵੇਂ ਗਾਂਧੀ ਜੀ ਵਿਲੇजेस ਵੱਲ ਜ਼ਿਆਦਾ ਧਿਆਨ ਦਿੰਦੇ ਸੀ। ਸੋ ਕੁਝ ਇਹੋ ਜਿਹੇ ਨੇ ਜਿਹੜੇ ਵਿਲੇਜ ਕਮਿਊਨਿਟੀ ਨਾਲ ਰਿਲੇਟਡ ਨੇ। ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲ, ਕੁਝ ਇਹੋ ਜਿਹੇ ਨੇ DPSP ਜਿਹੜੇ ਲਿਬਰਲ ਗੱਲ ਕਰਦੇ ਨੇ, ਇੰਟੈਲੈਕਚੁਅਲ, ਰੈਸ਼ਨਲ, ਸਾਇੰਟਿਫਿਕ ਗੱਲ ਕਰਦੇ ਨੇ। ਸੋ ਆਪਾਂ ਇਸ ਤਰੀਕੇ ਨਾਲ ਤਿੰਨ ਪਾਰਟਸ ਦੇ ਵਿੱਚ ਵੰਡ ਲਏ DPSP। ਸਭ ਤੋਂ ਪਹਿਲਾਂ ਆਪਾਂ ਉਹ ਦੇਖਾਂਗੇ ਜਿਹੜੇ ਸੋਸ਼ਲਿਸਟਿਕ ਪ੍ਰਿੰਸੀਪਲ ਦੇ ਆਧਾਰ ਤੇ ਨੇ, ਜਿਹੜੇ ਗੱਲ ਕਰਦੇ ਨੇ ਕਿ ਆਪਾਂ ਭਾਰਤ ਨੂੰ ਇੱਕ ਵੈਲਫੇਅਰ ਸਟੇਟ ਕਿਵੇਂ ਬਣਾ ਸਕਦੇ ਹਾਂ, ਸੋਸ਼ਲ ਤੇ ਇਕਨੋਮਿਕ ਇਨਸਾਫ, ਜਸਟਿਸ ਕਿਵੇਂ ਲੋਕਾਂ ਨੂੰ ਦੇ ਸਕਦੇ ਹਾਂ। They are the principles that aim at providing social economic justice and set the path towards welfare state। ਵੈਲਫੇਅਰ ਸਟੇਟ ਦੇ ਲਈ ਇੱਕ ਰਾਹ ਤਿਆਰ ਕਰਦੇ ਨੇ ਇਹ ਸਾਰੇ DPSP। ਪਹਿਲਾ ਆਉਂਦਾ ਆਰਟੀਕਲ 38, promote the welfare of people by securing a social order through justice। social, economic, political ਹਰ ਤਰੀਕੇ ਦਾ ਲੋਕਾਂ ਨਾਲ ਇਨਸਾਫ ਹੋਣਾ ਚਾਹੀਦਾ। ਇਹਦੀ ਸਟੇਟ ਦੀ ਰਿਸਪੌਂਸਿਬਿਲਿਟੀ ਹੈ ਕੋਈ ਇਸ ਚੀਜ਼ ਦਾ ਧਿਆਨ ਰੱਖੇ, ਕਿਸੇ ਨਾਲ ਇਨਇਕੁਐਲਿਟੀ ਨਹੀਂ ਕਰਨੀ, ਭੇਦਭਾਵ ਨਹੀਂ ਕਰਨਾ, ਇਨਕਮ ਦੇਣ ਲੱਗੇ, ਸਟੇਟਸ, ਫੈਸਿਲਿਟੀ, ਅਪੋਰਚੁਨਿਟੀ ਦੇਣ ਲੱਗੇ, ਹਰ ਕੋਈ ਸਟੇਟ ਦੀ ਨਜ਼ਰਾਂ ਦੇ ਵਿੱਚ ਬਰਾਬਰ ਹੋਣਾ ਚਾਹੀਦਾ ਹੈ। ਆਰਟੀਕਲ 39 ਸਿਟੀਜ਼ਨਸ ਨੂੰ ਕਹਿ ਰਿਹਾ ਕਿ ਸਿਕਿਉਰ ਕਰਨਾ ਇੱਕ ਰਾਈਟ ਬਣਦਾ, ਡਿਊਟੀ ਬਣਦੀ ਹੈ ਸਟੇਟ ਦੀ। ਐਡਿਕੁਏਟ ਮੀਨਸ ਆਫ ਲਾਈਵਲੀਹੁੱਡ, ਸਾਰੇ ਸਹੀ ਤਰੀਕੇ ਨਾਲ ਰਹਿਣ, ਰੋਟੀ, ਕੱਪੜਾ, ਮਕਾਨ ਹਰ ਕਿਸੇ ਕੋਲ ਹੋਵੇ। ਇਹਦੇ ਲਈ ਸਰਕਾਰ ਟਾਈਮ ਟੂ ਟਾਈਮ ਬਹੁਤ ਸਾਰੇ ਪ੍ਰੋਗਰਾਮ, ਸਕੀਮਸ ਬਣਾਉਂਦੀ ਹੈ। ਮਟੀਰੀਅਲ ਰਿਸੋਰਸਿਸ ਦੀ ਇਕੁਅਲ ਡਿਸਟ੍ਰੀਬਿਊਸ਼ਨ ਹੋਵੇ, ਇਹ ਨਹੀਂ ਕਿ ਸਿਰਫ ਰਿਚ ਦੇ ਕੋਲ ਹੀ ਸਾਰਾ ਕੁਝ ਜਾ ਰਿਹਾ, ਪੂਅਰ, ਮਿਡਲ ਕਲਾਸ ਹਰ ਕਿਸੇ ਲਈ ਪ੍ਰੋਪਰ ਡਿਵੀਜ਼ਨ ਹੋਣੀ ਚਾਹੀਦੀ ਹੈ। ਥੋੜੇ ਲੋਕਾਂ ਦੇ ਹੱਥ ਵਿੱਚ ਵੈਲਥ ਨਾ ਰਹਿ ਜਾਵੇ, ਇਸ ਚੀਜ਼ ਦਾ ਵੀ ਧਿਆਨ ਰੱਖਣਾ ਸਟੇਟ ਦੀ ਜ਼ਿੰਮੇਵਾਰੀ ਹੈ। ਪ੍ਰੀਵੈਂਸ਼ਨ ਆਫ ਕੰਸੈਂਟ੍ਰੇਸ਼ਨ ਆਫ ਵੈਲਥ ਐਂਡ ਮੀਨਸ ਆਫ ਪ੍ਰੋਡਕਸ਼ਨ, ਮੈਨ ਤੇ ਫੀਮੇਲ ਨੂੰ ਬਰਾਬਰ ਕੰਮ ਲਈ ਬਰਾਬਰ ਵੇਜਿਸ ਪੇ ਮਿਲਣੀ ਚਾਹੀਦੀ ਹੈ। equal pay for equal work for men and women। ਸੋ ਕਾਫੀ ਸਾਰੇ ਲੇਬਰ ਇੰਡਸਟਰੀਅਲ ਲਾਜ਼ ਨੇ ਜਿਹੜੇ ਇਸੇ DPSP ਤੋਂ ਪ੍ਰਭਾਵਿਤ ਹੋ ਕੇ ਤਿਆਰ ਕੀਤੇ ਗਏ ਨੇ। preservation of the health and strength of worker, children against forcible abuse, healthy development of children, ਉਹਦੇ ਲਈ opportunities create ਕਰਨੀਆਂ ਨੇ। ਆਰਟੀਕਲ 39A promote equal justice, free legal aid to the poor। 41 ਜੇ ਕੋਈ ਅਨਇੰਪਲੋਇਡ ਹੈ, old age, sickness, disablement, ਇਹਦੇ ਲਈ right to work, right to education, right to public assistance provide ਕਰਵਾਉਣੀ ਹੈ। make provision for just and humane condition of work and maternity leave। ਸੋ ਇਹ ਜ਼ਿਆਦਾਤਰ ਸਾਰੀਆਂ ਚੀਜ਼ਾਂ ਲੇਬਰ ਇੰਡਸਟਰੀਅਲ ਏਰੀਆ ਦੇ ਨਾਲ ਡੀਲ ਕਰਦੀਆਂ। living wages ਦੋ, decent standard of living, social cultural opportunities worker ਨੂੰ। take steps to secure participation of worker in management of industry। 47 ਲੋਕਾਂ ਦੀ ਹੈਲਥ ਦਾ ਪ੍ਰੋਪਰ ਧਿਆਨ ਰੱਖੋ, ਨਿਊਟ੍ਰੀਸ਼ਨ ਲੈਵਲ ਵਧਾਓ, ਸਟੈਂਡਰਡ ਆਫ ਲਿਵਿੰਗ ਤੇ ਨਾਲ ਹੀ ਪਬਲਿਕ ਹੈਲਥ ਨੂੰ ਵੀ ਇੰਪਰੂਵ ਕਰੋ। ਆਰਟੀਕਲ 47 ਕਾਫੀ ਪੇਪਰ ਚ ਆਉਂਦਾ, ਸੋ ਦਿਸ ਇਜ਼ ਇੰਪੋਰਟੈਂਟ। ਫਿਰ ਆਉਂਦੇ ਨੇ ਗਾਂਧੀਅਨ ਪ੍ਰਿੰਸੀਪਲ, ਜਿਹੜੇ ਗਾਂਧੀ ਜੀ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਤਿਆਰ ਕੀਤੇ ਗਏ ਨੇ। These principles are based on Gandhian ideology used to represent the program of
reconstruction initiated by Gandhi during national movement. Article 40 ਵਿਲੇਜ ਪੰਚਾਇਤਸ ਨੂੰ ਪ੍ਰੋਪਰ ਆਰਗੇਨਾਈਜ਼ ਕਰਵਾਓ, ਸੈਲਫ ਗਵਰਨਮੈਂਟ ਦੇ ਯੂਨਿਟਸ ਤਿਆਰ ਕਰੋ। 43 ਕਹਿ ਰਿਹਾ ਜਿਹੜੀਆਂ ਸਮਾਲ ਸਕੇਲ ਕਾਟੇਜ ਇੰਡਸਟਰੀਜ਼ ਨੇ, ਹੈਂਡੀਕ੍ਰਾਫਟ ਇੰਡਸਟਰੀਜ਼ ਨੇ, ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕਰੋ ਜਾਂ ਕੋਆਪਰੇਸ਼ਨ ਬੇਸਿਸ ਇਨ ਰੂਰਲ ਏਰੀਆ। 43B ਕੋਆਪਰੇਟਿਵ ਸੁਸਾਇਟੀਜ਼ ਦੀ ਗੱਲ ਕਰਦੇ ਆ, ਵੈਰੀ ਵੈਰੀ ਇੰਪੋਰਟੈਂਟ ਫॉर एग्जाम। promote voluntary formation, autonomous functioning, democratic control, professional management of cooperative society। 46 SC ST ਤੇ ਜਿੰਨੇ ਵੀ ਹੋਰ ਪਿਛੜੇ ਹੋਏ ਕੋਈ ਸੈਕਸ਼ਨਸ ਨੇ, ਵੀਕਰ ਕਮਜ਼ੋਰ ਸੈਕਸ਼ਨਸ ਨੇ, ਵਲਨਰੇਬਲ ਸੈਕਸ਼ਨ ਨੇ, ਉਹਨਾਂ ਦੀ ਪੜ੍ਹਾਈ ਤੇ ਇਕਨੋਮਿਕ ਇੰਟਰਸਟ ਦਾ ਪੂਰਾ ਧਿਆਨ ਰੱਖਣਾ, ਕਿਸੇ ਵੀ ਤਰ੍ਹਾਂ ਦੀ ਸੋਸ਼ਲ ਇਨਜਸਟਿਸ ਤੋਂ ਐਕਸਪਲੋਇਟੇਸ਼ਨ ਤੋਂ ਬਚਾ ਕੇ ਰੱਖਣਾ। 47 prohibit the consumption of intoxicating drug ਜਿਹੜੀਆਂ ਆਪਣੇ ਹੈਲਥ ਦੇ ਲਈ ਇੰਜੂਰੀਅਸ ਨੇ, ਉਸ ਤਰੀਕੇ ਦੇ ਡਰੱਗਸ ਤੇ ਡਰਿੰਕ ਤੋਂ ਦੂਰ ਰਹੋ। ਇਹ ਵੀ ਇੰਪੋਰਟੈਂਟ ਹੈ ਐਗਜ਼ਾਮ ਲਈ। prohibit the slaughter of cows, calf, other milch, draught cattle to improve their breed। ਉਸ ਤੋਂ ਬਾਅਦ ਨੇ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲ, ਜਿਹੜੇ ਲਿਬਰਲਿਜ਼ਮ ਦੀ ਆਈਡੀਓਲੋਜੀ ਨੂੰ, ਇੱਕ ਫਰੀडम ਵਾਲੀ ਜਿਹੜੀ ਆਈਡੀਓਲੋਜੀ ਹੈ, ਕਹਿੰਦੇ ਨੇ ਕਿ ਸਾਰੇ ਰਿਲੀਜਨ ਤੋਂ ਉੱਪਰ ਉੱਠੋ, ਇੱਕ ਸਹੀ ਰੈਸ਼ਨਲ ਅਪਰੋਚ ਅਪਣਾਓ, ਸਾਇੰਟਿਫਿਕ ਅਪਰੋਚ ਅਪਣਾਓ। ਸੋ ਉਹਦੇ ਲਈ ਨੇ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲਸ। ਸਿਕਿਉਰ ਆਲ ਸਿਟੀਜ਼ਨ ਅ ਯੂਨੀਫਾਰਮ ਸਿਵਲ ਕੋਡ, ਸਿਵਲ ਲਾਜ਼, ਕੋਈ ਮੈਰਿਜ ਦਾ ਹੈ, ਡਿਵੋਰਸ ਦਾ ਹੈ, ਪ੍ਰੋਪਰਟੀ ਸਕਸੈਸ਼ਨ ਦਾ ਲਾਅ ਹੈ, ਸਾਰਿਆਂ ਲਈ ਇੱਕ ਹੋਵੇ। ਇਹ ਨਹੀਂ ਕਿ ਹਿੰਦੂਜ਼ ਦੇ ਲਈ ਅਲੱਗ ਮੈਰਿਜ ਐਕਟ, ਸਿੱਖ ਲਈ ਅਲੱਗ, ਮੁਸਲਿਮ ਲਈ ਅਲੱਗ। ਇਹਦੀ ਗੱਲ ਹੁੰਦੀ ਹੈ ਆਰਟੀਕਲ 44 ਤੇ ਇਹ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਪਿਛਲੇ 1.5 ਸਾਲ ਤੋਂ ਕਰੰਟ ਅਫੇਅਰ ਦਾ ਵੀ ਹਿੱਸਾ ਰਿਹਾ। ਆਰਟੀਕਲ 45 14 ਸਾਲ ਤੱਕ ਜਦੋਂ ਕੋਈ ਬੱਚਾ ਆਪਣੀ ਉਮਰ ਕੰਪਲੀਟ ਨਹੀਂ ਕਰਦਾ, ਉਹਨੂੰ अर्ਲੀ ਚਾਈਲਡਹੁੱਡ ਕੇਅਰ ਦੋ, ਪੜ੍ਹਾਈ ਪ੍ਰੋਵਾਈਡ ਕਰਵਾਓ। ਆਰਟੀਕਲ 48 ਆਰਗੇਨਾਈਜ਼ ਐਗਰੀਕਲਚਰ, ਐਨੀਮਲ ਹਸਬੈਂਡਰੀ, ਮਾਡਰਨ ਲਾਈਨਸ ਉੱਤੇ, ਸਾਇੰਟਿਫਿਕ ਲਾਈਨਸ ਉੱਤੇ। 49 ਜਿੰਨੇ ਵੀ ਕੋਈ ਇੰਪੋਰਟੈਂਟ ਹਿਸਟੋਰੀਕਲ ਮੋਨੂਮੈਂਟਸ ਨੇ, ਪਲੇਸ ਨੇ, ਆਬਜੈਕਟਸ ਨੇ, ਜਿਨ੍ਹਾਂ ਦਾ ਹਿਸਟੋਰੀਕਲ ਕੋਈ ਪ੍ਰੋਪਰ ਰੈਲੇਵੈਂਸ ਹੈ, ਇੰਟਰਸਟ ਹੈ, ਉਹਨਾਂ ਨੂੰ ਨੈਸ਼ਨਲ ਇੰਪੋਰਟੈਂਸ ਦੇ ਡਿਕਲੇਅਰ ਕਰੋ ਤੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖੋ। ਆਰਟੀਕਲ 50 ਜੁਡੀਸ਼ਰੀ ਪੂਰੀ ਤਰ੍ਹਾਂ ਐਗਜ਼ੈਕਟਿਵ ਦੀ ਇੰਟਰਫੇਰੈਂਸ ਤੋਂ ਅਲੱਗ ਰਹੇ, ਸੈਪਰੇਟ ਰਹੇ। 51 ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਬਾਕੀ ਦੇਸ਼ਾਂ ਦੇ ਨਾਲ ਪੀਸਫੁਲ ਰਿਲੇਸ਼ਨ ਬਣਾ ਕੇ ਰੱਖੋ। ਫੋਸਟਰ ਰਿਸਪੈਕਟ ਫॉर ਇੰਟਰਨੈਸ਼ਨਲ ਲਾਅ ਦੀ ਇੱਜ਼ਤ ਕਰੋ, ਜਿੰਨੀਆਂ ਟ੍ਰੀਟੀਜ਼ ਬਣਾਈਆਂ ਨੇ, ਹੋਰ ਦੇਸ਼ਾਂ ਨਾਲ ਅਗਰੀਮੈਂਟ ਕੀਤੇ ਨੇ, ਉਹਨਾਂ ਨੂੰ ਫੋਲੋ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਐਨਕਰੇਜ ਸੈਟਲਮੈਂਟ ਆਫ ਇੰਟਰਨੈਸ਼ਨਲ ਡਿਸਪਿਊਟ ਬਾय ਆਰਬਿਟ੍ਰੇਸ਼ਨ, ਬਾਈ ਚਾਂਸ ਕਿਸੇ ਹੋਰ ਦੇਸ਼ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਲੜਾਈ ਹੋ ਜਾਂਦੀ ਹੈ, ਡਿਸਪਿਊਟ ਆਉਂਦਾ, ਇਸ਼ੂ ਆਉਂਦਾ, ਤਾਂ ਬੈਠ ਕੇ ਪੀਸਫੁਲ ਤਰੀਕੇ ਦੇ ਨਾਲ ਆਰਬਿਟ੍ਰੇਸ਼ਨ ਦੇ ਨਾਲ ਉਸ ਲੜਾਈ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਸੋ ਲਾਸਟ ਵਿੱਚ ਹੁਣ ਆਪਾਂ ਦੇਖਾਂਗੇ ਕਿ ਕਿਹੜੇ ਨਵੇਂ ਡੀਪੀਐਸਪੀਜ਼ ਨੇ ਜਿਹਨੂੰ 42nd ਅਮੈਂਡਮੈਂਟ 1976 ਦੇ ਵਿੱਚ ਐਡ ਕੀਤਾ ਗਿਆ। ਸੋ ਇਹ 4 ਨਵੇਂ ਡੀਪੀਐਸਪੀਜ਼ ਨੇ ਤੇ ਪੇਪਰ ਦੇ ਵਿੱਚ ਡਾਇਰੈਕਟਲੀ ਕੁਐਸਚਨ ਆਉਂਦਾ ਕਿ ਨਵੀਂ ਅਮੈਂਡਮੈਂਟ ਦੇ ਨਾਲ ਕਿਹੜੇ-ਕਿਹੜੇ ਡੀਪੀਐਸਪੀ ਐਡ ਹੋਏ ਤੇ ਇਹਨਾਂ ਦੇ ਵਿੱਚੋਂ ਜਿਹੜਾ এনवायरमेंट ਵਾਲਾ, ਇਹ ਅੱਜਕੱਲ ਮੈਂ ਇੱਕ ਟ੍ਰੈਂਡ ਦੇਖਿਆ ਕਿ ਪਿਛਲੇ 3-4 ਇੰਪੋਰਟੈਂਟ ਪੇਪਰਾਂ ਦੇ ਵਿੱਚ ਇਹ ਪੁੱਛਿਆ ਗਿਆ। ਸੋ ਇਹ ਤੁਸੀਂ ਅਲੱਗ ਤੋਂ ਧਿਆਨ 'ਚ ਰੱਖਣਾ ਹੈ। ਸੋ ਆਰਟੀਕਲ 39 ਇਹ ਕਹਿ ਰਿਹਾ ਬੱਚਿਆਂ ਦੀ ਹੈਲਦੀ ਡਿਵੈਲਪਮੈਂਟ ਦੇ ਲਈ ਪ੍ਰੋਪਰ ਓਪਰਚੁਨਿਟੀ ਸਿਕਿਉਰ ਕਰਨੀਆਂ ਨੇ। ਜੇ ਕੋਈ ਪਾਲਿਸੀ ਤਿਆਰ ਕਰਨੀ ਪਵੇ, ਸਕੀਮ ਤਿਆਰ ਕਰਨੀ ਪਵੇ ਤੇ ਬਾਅਦ ਵਿੱਚੋਂ ਉਹਨੂੰ ਇਫੈਕਟਿਵਲੀ ਲਾਗੂ ਕਰਵਾਉਣਾ ਸਟੇਟ ਦੀ ਜ਼ਿੰਮੇਵਾਰੀ ਹੈ। 39 ਇਹ ਕਹਿ ਰਿਹਾ ਹਰ ਕਿਸੇ ਨੂੰ ਨਿਆਂ ਮਿਲਣਾ ਚਾਹੀਦਾ ਹੈ। ਜੇ ਕੋਈ ਗਰੀਬ ਹੈ, ਕੋਈ ਲਾਇਰ ਨਹੀਂ ਹਾਇਰ ਕਰ ਸਕਦਾ, ਕੋਈ ਉਹਦੇ ਲਈ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਵਾਈ ਜਾਊਗੀ। ਫ੍ਰੀ ਲੀਗਲ ਏਡ ਦਾ ਮਤਲਬ ਹੈ ਕਿ ਹਰ ਇਨਸਾਨ ਨੂੰ ਆਪਣਾ ਪੱਖ ਰੱਖਣ ਦਾ ਜਿਹੜੀ ਜੁਡੀਸ਼ਰੀ ਹੈ ਉਹਦੇ ਅੱਗੇ ਪੂਰਾ ਹੱਕ ਹੈ ਤੇ ਉਸ ਪੱਖ ਰੱਖਣ ਦੇ ਲਈ ਜੇ ਬਾਈ ਚਾਂਸ ਕੋਈ ਗਰੀਬ ਹੈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਸੁਣਵਾਈ ਨਹੀਂ ਹੋਊਗੀ। ਹਰ ਕਿਸੇ ਦੀ ਸੁਣਵਾਈ ਹੋਊਗੀ। ਜੇ ਕੋਈ ਗਰੀਬ ਹੈ ਉਹ ਅਲੱਗ ਤੋਂ ਪ੍ਰੋਪਰ ਐਪਲੀਕੇਸ਼ਨ ਲਗਾਓ ਕੋਰਟ ਦੇ ਅੰਦਰ, ਉਹਨੂੰ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਵਾਈ ਜਾਊਗੀ, ਉਹਨੂੰ ਪ੍ਰੋਪਰ ਲੀਗਲ ਰੈਪਰੈਜ਼ੈਂਟੇਸ਼ਨ ਲਾਇਰ ਦੇ ਥਰੂ ਮਿਲੂਗੀ। 43 ਇਹ ਕਹਿ ਰਿਹਾ ਹੈ to take steps to secure the participation of worker in management of industry। ਕੋਈ ਵੀ ਇੰਡਸਟਰੀ ਹੈ ਉਹਦੀ ਮੈਨੇਜਮੈਂਟ ਦੇ ਅੰਦਰ ਵਰਕਰਸ ਦੀ ਇੰਪੋਰਟੈਂਟ ਪਾਰਟਿਸਿਪੇਸ਼ਨ ਹੋਣੀ ਜ਼ਰੂਰੀ ਹੈ। 48 ਵੈਰੀ ਇੰਪੋਰਟੈਂਟ, ਸਰਕਾਰ ਦਾ ਕਰਤੱਵ ਬਣਦਾ ਹੈ ਕਿ ਉਹਨੇ ਟਾਈਮ ਟੂ ਟਾਈਮ ਵਾਤਾਵਰਣ ਤੇ ਫੋਰੈਸਟ ਵਾਈਲਡ ਲਾਈਫ ਇਹ ਚੀਜ਼ਾਂ ਦੀ ਪ੍ਰੋਟੈਕਸ਼ਨ ਸੇਫਗਾਰਡ ਦੇ ਲਈ ਸਟੈਪ ਚੱਕਣੇ ਨੇ। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ ਜਿਹਦੇ ਅੰਦਰ ਆਪਾਂ ਫੰਡਾਮੈਂਟਲ ਡਿਊਟੀਜ਼ ਦੇ ਨਾਲ ਡੀਪੀਐਸਪੀ ਕਵਰ ਕੀਤੇ ਨੇ। I hope you understood the concept well. Thank you and good luck.